आनंद पाया बिहाए सतगुरु मैं पाया सतगुरु मैं पाया मन मेरा दूर सब अंगीकार कह नानक मन मेरे सदा सुहाना सदा सदा तेरी नाम ले मन जिया माते शब्दी पिंड मुछल च जिहड़ी जहरीली शराब की सप्लाई कांग्रेस के हुक्मरान वालों हुई सी ते उहदी जिहड़ियां डैथां होईयां सन अज उन्हां परिवारां दे इत्थे भोग भी पए आ और गुरु साहब सच्चे पातशाह के चरणों च सारे पिंड ने उन्हां दे बच्चियां वास्ते बच्चियां वास्ते जिहड़ा परिवार पिछे रह गया उन्हां वास्ते उन्हां दी उन्हां ते गुरु महाराज अपना मेहर भरिया हथ बनाई रखन उहदी अरदास कीती है और जिहड़ा चले गया उहदे वास्ते भी अरदास अज इत्थे नगर निवासियों ने अखंड पाठ साहब रखाए सी अज सारिਆਂ ने रल मिल के की और वड्डी गल है कि मैं आ कापी ਤੁਹਾਨੂੰ ਦੇ ਰਿਹਾ जिथे पिंड के ਜਿਹੜੇ 8 ने जी 8 परिवार ने 9 परिवार ने ਜਿਹੜਾ एक मता मंग पत्र इत्थे मैं सारा ही ਤੁਹਾਨੂੰ भेज दूंगा इन्होंने दिता है जिथे इन्होंने कैप्टन अमरिंदर सिंह के वास्ते ये मंग पत्र दिता है जिथे 9 परिवारां दे उन्हां दे साइन ने कि एक तो 302 का परचा कतल का परचा जिन्हां लोगों ने ये शराब जहरीली शराब वंडी है जिन्हां कारखानियां तो आई है और जेड़े सियासी लोगों की कांग्रेस पार्टी के सरपरस्ती है उन्हां दे खिलाफ जेड़े जेड़े भी इनवॉल्व है 302 का परचा दर्ज हो नाल ही इन्होंने आपकी दूजी मंग रखी कि जिहड़ा 5 लाख का इन्हों मुआवजा दिता है उस मुआवजे को क्या कि ये घट है सानू 25 लाख रुपए का मुआवजा चाहिए और एक नौकरी सरकारी नौकरी देखो उस दिन जिहड़ी यूनिवर्सिटी कैंपस च इन्हां दा चलदी है कच्ची नौकरी वो नहीं पक्की नौकरी की इन्होंने डिमांड की यही है जी होर तो नहीं कोई ये सारा थोनों वैसे मैं व्हाट्सएप कर दूंगा थोड़े कोल आ जाऊगा जी ये अपने उन्होंने मुंडे नूं कह दे दूजी गल जिहड़ा मैनू बहुत इस गल का अफसोस है
ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ 10 ਦਿਨ ਲੱਗੇ ਜੀ ਇੱਥੇ ਆਉਣ ਲਈ। ਮਗਰ ਅਫਸੋਸ ਦੀ ਗੱਲ ਹੈ ਕਿ ਹਾਲੇ ਤੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਨਾਲ ਜਿਹੜੀ ਸੰਬੰਧਿਤ ਡੈਥਾਂ ਸਨ, ਮੁੱਛਲ ਪਿੰਡ ਦੀਆਂ ਸਨ, ਇੱਥੇ ਕੋਈ ਨਹੀਂ ਆਏ ਹੋ, ਨਾ ਬਟਾਲੇ ਗਏ। ਜੇ ਤਰਨਤਾਰਨ ਆਏ ਤੇ ਕੇਵਲ ਜਿੱਥੇ ਹੈਲੀਪੈਡ ਬਣਿਆ ਸੀ ਪੁਲਿਸ ਲਾਈਨ 'ਚ, ਉੱਥੇ ਹੀ ਉਤਰੇ, 10 ਮਿੰਟ ਦੀ ਕਾਰਵਾਈ ਪਾਈ ਤੇ ਉੱਥੇ ਚਲੇ ਗਏ। ਔਰ ਮੈਂ ਉਮੀਦ ਕਰਦਾ ਕਿ ਜਿਸ ਤਰੀਕੇ ਦਾ ਧੋਖਾ ਦੁਸ਼ਹਿਰੇ ਤੇ ਰੇਲ ਟ੍ਰੈਜਡੀ ਜਿਹੜੀ ਪਰਿਵਾਰ ਹੋਏ ਸਨ, ਜਿਹੜੇ ਗਰੀਬ ਪਰਿਵਾਰਾਂ ਸਨ, ਜਿਨ੍ਹਾਂ ਨਾਲ ਬੜੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਅਸੀਂ ਯਤੀਮ ਬੱਚਿਆਂ ਨੂੰ ਅਡਾਪਟ ਕਰਾਂਗੇ, ਇਹਨਾਂ ਦੀ ਐਜੂਕੇਸ਼ਨ ਦਾ ਖਰਚਾ ਦੇਵਾਂਗੇ, ਇਹਨਾਂ ਨੂੰ ਨੌਕਰੀ ਦੇਵਾਂਗੇ, ਉਹ ਸਾਰੇ ਵਾਅਦੇ ਤੋਂ ਸਰਕਾਰ ਭੱਜ ਗਈ ਔਰ ਉਹਨਾਂ ਨੂੰ ਮੁੜ ਕੇ ਵਿਧਾਨ ਸਭਾ ਤੱਕ ਜਾ ਕੇ ਧਰਨੇ ਲਾਉਣੇ ਪਏ। ਉਹ ਹਾਲਾਤ ਇਹਨਾਂ ਪਰਿਵਾਰਾਂ ਦੇ ਨਹੀਂ ਬਣਾਏ ਜਾਣਗੇ। ਨਾ ਜਿਵੇਂ ਬਟਾਲੇ 'ਚ ਜਿਹੜਾ ਬਲਾਸਟ ਹੋਇਆ, 23 ਬੰਦੇ ਮੇਰੇ ਅੱਜ ਤੱਕ, ਚਾਹੇ ਉਹ ਦੁਸ਼ਹਿਰਾ ਰੇਲ ਮੇਨ ਪਰਸਨ ਜਿਹੜਾ ਉਹਦੇ ਪਿੱਛੇ ਸੀ, ਉਹਦੇ ਤੇ ਕਿੱਥੇ ਕਾਰਵਾਈ ਹੋਈ ਹੈ? ਉਹੋ ਜੀ ਕਾਰਵਾਈ ਜੇ ਇੱਥੇ ਵੀ ਉਹਨਾਂ ਨੇ ਉਹੋ ਜਿਹਾ ਚਾਲਬਾਜ਼ੀ ਜਾਂ ਚਾਲ ਫਰੇਬੀ ਕੀਤੀ ਤੇ ਆਪੋਜੀਸ਼ਨ ਪਾਰਟੀਆਂ ਜਾਂ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ। ਦੂਜੀ ਗੱਲ, ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹਨਾਂ ਦੀਆਂ ਗੱਲਾਂ ਯਾਦ ਕਰਾਉਣਾ ਚਾਹੁੰਦਾ ਕਿ ਗੁਟਕਾ ਸਾਹਿਬ ਤੁਸੀਂ ਹੱਥ 'ਚ ਫੜ ਕੇ ਸਹੁੰ ਖਾਧੀ ਸੀ। ਇਹ ਤੁਹਾਡਾ ਵਾਅਦਾ ਸੀ ਕਿ ਜੇ ਥਾਣੇਦਾਰ ਦੇ ਇਲਾਕੇ ਥੱਲੇ ਇਹ ਜਿਹਾ ਕੰਮ ਵਾਪਰੂਗਾ, ਤੁਸੀਂ ਉਸ ਥਾਣੇਦਾਰ ਤੇ ਡੀਐਸਪੀ ਨੂੰ ਡਿਸਮਿਸ ਕਰੋਗੇ, ਉਹਨਾਂ ਦੇ ਖਿਲਾਫ ਪਰਚਾ ਦਰਜ ਦੋਗੇ। ਅੱਜ 15 ਦਿਨ ਬੀਤਣ ਤੋਂ ਬਾਅਦ ਵੀ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ? ਔਰ ਅੱਜ ਮੈਂ ਪਰਿਵਾਰਾਂ ਕੋਲ ਜਾ ਕੇ ਆਇਆ, ਉਹ ਦੱਸਦੇ ਆ ਕਿ ਸਾਨੂੰ ਕਾਂਗਰਸ ਦੇ ਤੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਕਿ ਤੁਸੀਂ ਉੱਥੇ ਚੱਲੋ, ਕੈਪਟਨ ਆ ਰਿਹਾ। ਕਿ ਇਹ ਕਿਸਮ ਦੀ ਹਮਦਰਦੀ ਹੋਊਗੀ? ਔਰ ਜਦੋਂ ਉੱਥੇ ਗਏ ਤੇ ਕੈਪਟਨ ਅਮਰਿੰਦਰ ਸਿੰਘ ਜੀ ਇਹਨਾਂ ਨੂੰ ਮਿਲੇ ਤੱਕ ਨਹੀਂ। ਜਦ ਤੁਸੀਂ ਇਹਨਾਂ ਪਰਿਵਾਰਾਂ ਨੂੰ ਮਿਲ ਨਹੀਂ ਰਹੇ, ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦੀ ਗੱਲ ਸੁਣ ਨਹੀਂ ਰਹੇ, ਤੇ ਫਿਰ ਇਹਨਾਂ ਦੇ ਮਸਲੇ ਕਿਵੇਂ ਹੱਲ ਹੋਣਗੇ? ਜਾਂ ਇਹ ਨਜਾਇਜ਼ ਕਾਰੋਬਾਰ ਜਿਹੜਾ ਐਡੇ ਵੱਡੇ ਪੱਧਰ ਤੇ ਸਿਆਸੀ ਸਰਪ੍ਰਸਤੀ ਹੇਠ ਚੱਲ ਰਿਹਾ, ਰੁਕੂਗਾ ਕਿਵੇਂ? ਜਿਹੜੀ ਅਫੈਕਟਡ ਪਾਰਟੀਆਂ ਨੇ, ਸੀਐਮ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੂੰ ਸੁਣਨ, ਮਗਰ ਸੀਐਮ ਸਾਹਿਬ ਕੋਲ ਉਹਨਾਂ ਦੇ ਕੋਲ ਟਾਈਮ ਨਹੀਂ ਸੀ। ਉਹ ਤਾਂ ਇਕੱਲਾ ਇੱਕ ਜੋਏ ਰਾਈਡ ਲਈ ਆਏ ਔਰ ਜੋਏ ਰਾਈਡ ਕਰਕੇ ਆਪਦੇ ਹੈਲੀਕਾਪਟਰ ਨੂੰ ਮੈਨੂੰ ਲੱਗਦਾ ਸਟਾਰਟ ਕੀਤੇ ਨੂੰ ਦਿਨ ਬੜੇ ਹੋ ਗਏ ਸੀ, ਜੋਏ ਰਾਈਡ ਕਰਕੇ ਵਾਪਸ ਚਲੇ ਗਏ। ਲੋਕਾਂ ਨਾਲ ਜਿਹੜੀ ਹਮਦਰਦੀ ਵਾਲੀ ਗੱਲ ਤਾਂ ਮੈਂ ਨਹੀਂ ਵੇਖੀ। ਇੱਕ ਕਾਂਗਰਸੀ ਲੀਡਰ ਜਕਾਰਾ ਛੱਡ ਰਿਹਾ ਕਿ ਦੱਸੋ ਕਿ ਕਿਸੇ ਦੀ ਡੈਥ ਹੋ ਗਈ ਹੈ, ਤੁਸੀਂ ਇੱਕ ਗਰੀਬ ਦਾ ਮੁੱਲ, ਇੱਕ ਦਲਿਤ ਭਰਾ ਦੇ ਮੁੱਲ 5 ਲੱਖ ਪਾਇਆ, ਜਿਹੜਾ ਤੁਸੀਂ ਜਕਾਰਾ ਛੱਡ ਰਹੇ ਹੋ। ਕਿ ਤੁਹਾਨੂੰ ਸ਼ਰਮ ਨਹੀਂ ਆ ਰਹੀ? ਇਸ ਲਈ ਇਸ ਕਿਸਮ ਦੀ ਜਿਹੜੀ ਗੈਰ ਦੇ ਦਰਦ, ਲੋਕਾਂ ਦੀਆਂ ਮੁਸ਼ਕਲਾਤਾਂ ਜਾਂ ਅਸਲ ਮੁਜਰਮ ਜਿਹੜੇ ਸਟੇਜ ਤੇ ਬਿਠਾਏ ਸੀ, ਉਹ ਸਾਰੀ ਫੋਟੋ ਓਪਰਚੁਨਿਟੀ ਜੋਏ ਰਾਈਡ ਨੂੰ ਅਸੀਂ ਐਜ਼ ਆਪੋਜੀਸ਼ਨ ਮੈਂਬਰ ਰਿਜੈਕਟ ਕਰਦੇ ਹਾਂ। ਔਰ ਸੀਐਮ ਸਾਹਿਬ ਦੇ ਹਾਰਟਲੈਸ ਬਿਆਨ ਨੂੰ ਜਾਖੜ ਸਾਹਿਬ ਉੱਠ ਕੇ ਕਹਿੰਦੇ ਜੀ ਕਈ ਬਲਾਈਂਡ ਹੋ ਗਏ ਆ, ਅੰਨੇ ਹੋ ਗਏ ਆ। ਸੋ ਸੀਐਮ ਸਾਹਿਬ ਦਾ ਕਿਉਂ ਬਿਆਨ ਸੀ, ਜਿਹੜੇ ਗਏ ਤਾਂ ਗਏ, ਇਹਨਾਂ ਨੂੰ ਵੀ 5 ਲੱਖ ਦੇ ਦਿਆਂਗੇ। ਵਾਟ ਯੂ ਮੀਨ ਬਾਈ ਜਿਹੜੇ ਗਏ ਤਾਂ ਗਏ? ਤੁਹਾਡੀ ਨਲਾਇਕੀ ਕਰਕੇ ਕਿਸੇ ਦੀ ਡੈਥ ਹੋ ਗਈ, ਕਿਸੇ ਛੋਟੇ ਬੱਚੇ ਦੀ, ਬੱਚੀ ਦੀ ਬਾਪ ਚਲੇ ਗਿਆ ਔਰ ਤੁਸੀਂ ਇਸ ਤਰੀਕੇ ਦਾ ਐਟੀਟਿਊਡ ਅਪਣਾਇਆ। ਇਸ ਲਈ ਇਹ ਸਾਰੇ ਮੁੱਦੇ ਦੀ ਨਿਰਪੱਖ ਜਾਂਚ ਹਾਈ ਕੋਰਟ CBI ਕਰੇ ਤਾਂ ਸੱਚ ਸਾਹਮਣੇ ਆਊਗਾ, ਨਹੀਂ ਤਾਂ ਸਾਰਾ ਜਿਹੜਾ ਕਵਰ ਅਪ ਆਪਰੇਸ਼ਨ ਚੱਲ ਰਿਹਾ। ਔਰ ਜਿਹੜਾ SSP ਧਰੁਵ ਦਈਆ ਮਹਾਰਥੀ, ਜਿਹਦੇ ਇਲਾਕੇ ਥੱਲੇ 121 ਡੈਥਾਂ ਹੋਈਆਂ ਨੇ, ਉਹਨੂੰ ਤਾਂ ਚੱਕ ਕੇ ਤੁਸੀਂ ਰਿਵਾਰਡ ਕਰਤਾ। ਰਿਵਾਰਡ ਇਸ ਗੱਲ ਦਾ, is he not responsible? Was he sleeping? Did he not know ਕਿ ਥੱਲੇ ਕੀ ਚੱਲ ਰਿਹਾ? ਉਹਨੂੰ ਜਦ ਸ਼ਿਕਾਇਤਾਂ ਵੀ ਜਾ ਰਹੀਆਂ ਨੇ, he is not acting, ਉਹਦੀ ਜਿਹੜੀ ਕੰਪਲਿਸਿਟੀ ਹੈ ਇਸ ਕੇਸ 'ਚ, ਮਿਲੀ ਭੁਗਤ ਹੈ, that also needs to be investigated and he needs to be suspended। ਇਸ ਲਈ ਇਹ ਸਾਰੀ ਗੱਲਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਰਕਾਰ ਚਾਹੁੰਦੀ ਹੈ ਕਿ ਚਲੋ 10 ਦਿਨ ਬੀਤ ਜਾਣ, ਭੋਗ ਪੈ ਜਾਣ, ਲੋਕ ਗੱਲ ਭੁੱਲ ਜਾਣ ਤੇ ਫਿਰ ਇਹ ਦਿਖਾਂਤ ਫਿਰ ਵਾਪਰ ਜਾਏ। ਸਰਕਾਰ ਦੀ ਇਹ ਸ਼ਰਾਰਤ ਹੈ। ਰੇਡ ਕਰ ਰਿਹਾ ਲਾਣ ਦਾ, ਡੈਥ ਹੋਈ ਹੈ ਸਪਿਰਿਟ ਨਾਲ, ਸਪਿਰਿਟ ਦੀ ਇਨਵੈਸਟੀਗੇਸ਼ਨ ਕਿੱਥੇ ਹੈ? ਉਹਦੀ ਤਾਂ ਇਨਵੈਸਟੀਗੇਸ਼ਨ ਹੀ ਕੋਈ ਨਹੀਂ। ਸਪਿਰਿਟ ਆਈ ਕਿੱਥੋਂ? ਡਿਸਟਿਲਰੀਆਂ ਚੋਂ, ਕਾਰਖਾਨਿਆਂ ਚੋਂ।
ਉਹਨਾਂ ਡਿਸਟਿਲਰੀਆਂ ਤੇ ਤਾਂ ਹਾਲੇ ਤੱਕ ਛਾਪਾ ਹੀ ਕੋਈ ਨਹੀਂ। ਇਹ ਜਿਹੜਾ ਤੁਹਾਨੂੰ ਵਿਖਾਈ ਜਾਂਦੇ ਆ ਇੰਨੀ ਲਾਨ ਫੜ ਲਈ ਉਨੀ ਲਾਨ ਫੜ ਲਈ, ਉਹਦੇ ਕਰਕੇ ਤਾਂ ਡੈਥ ਹੀ ਨਹੀਂ ਹੋਈਆਂ। ਉਹ ਫੜੋ, ਮਗਰ ਜਿਹੜੀ ਸਪਿਰਿਟ ਦਾ ਰੌਲਾ ਪੈ ਰਿਹਾ ਉਹਦੀ ਕੀ ਕਾਰਵਾਈ ਹੋਈ ਹੈ? ਇਸ ਲਈ ਹਰ ਮੋੜ ਤੇ ਚੱਪੇ ਤੇ ਜਿਹੜਾ ਕਵਰ ਅਪ ਹੋ ਰਿਹਾ ਉਹਦਾ ਸਾਰਾ ਹੀ ਇੱਕ ਵਾਈਟ ਪੇਪਰ ਤਿਆਰ ਕਰਕੇ ਅਸੀਂ ਤੁਹਾਡੇ ਕੋਲ ਲਿਆਵਾਂਗੇ। ਔਰ ਵੱਡੀ ਗੱਲ, ਜਿਹੜੇ SHO DSP ਇਹ ਗੱਲ ਕਹਿ ਰਹੇ ਸੀ, ਅੱਜ ਵੀ ਮੇਰੇ ਕੋਲ ਪਰਿਵਾਰ ਹੈ, ਕਹਿੰਦੇ ਜੀ ਪੋਸਟਮਾਰਟਮ ਨਹੀਂ ਕਰਾਇਆ। ਸਾਨੂੰ DSP ਕਾਉਂਸਲ ਕਰ ਰਿਹਾ ਹੈ ਕਿ ਤੁਸੀਂ ਇਹ ਕਹਿਣਾ ਨੈਚੁਰਲ ਡੈਥਸ ਹੋਈਆਂ ਨੇ। ਇਹ ਕੀ ਕੰਮ ਹੋ ਗਿਆ ਪੁਲਿਸ ਦਾ? ਇਸ ਲਈ ਇਹ ਸਾਰੇ ਕਵਰ ਅਪ 'ਚ ਧਰੁਵ ਧਈਆ ਜੀ ਤਾਂ ਇਹਦੇ ਮਾਸਟਰਮਾਈਂਡ ਨੇ, ਤੇ ਹਾਂ ਉਸਨੇ ਕੀ ਇਨਸਾਫ ਦੇਣਾ ਲੋਕਾਂ ਨੂੰ? ਇਸ ਲਈ ਇਹ ਸਾਰੇ ਫਾਰਸ ਨੂੰ ਔਰ ਇਹੋ ਜਿਹੇ ਬੰਦੇ ਨੂੰ ਜਿਹਦੇ ਇਲਾਕੇ ਥੱਲੇ 100 ਤੋਂ ਵੱਧ ਡੈਥਾਂ ਹੋਈਆਂ ਔਰ ਅੰਡਰ ਰਿਪੋਰਟਿੰਗ ਚੱਲ ਰਹੀ ਹੈ। ਅਸਲ ਡੈਥ ਕਾਊਂਟ ਇਹ 200 ਦੇ ਨੇੜੇ ਪਹੁੰਚ ਗਿਆ, ਜਿਹੜੀ ਹੁਣ ਰਿਪੋਰਟ ਹੀ ਨਹੀਂ ਕਰਨਾ ਚਾਹ ਰਹੇ। ਉਹ ਸਾਰੀ ਅਸਲੀਅਤ ਸਾਹਮਣੇ ਆਵੇ ਤਦ ਹੀ ਆ ਸਕਦੀ ਹੈ ਜੇ ਹਾਈ ਕੋਰਟ ਦੀ ਇਨਕੁਆਇਰੀ ਨਿਰਪੱਖ ਹੋਵੇ, ਸੋ ਦੈਟ ਗਾਂ ਇਹ ਜਿਹਾ ਦੁਖਾਂਤ ਨਾ ਵਾਪਰੇ। ਜੇ ਰਾਜਪੁਰੇ ਐਕਸ਼ਨ ਲਿਆ ਹੁੰਦਾ ਜਾਂ ਖੰਨੇ ਲਿਆ ਹੁੰਦਾ ਜਾਂ ਰੋਪੜ ਲਿਆ ਹੁੰਦਾ ਤੇ ਅੱਜ ਸ਼ਾਇਦ ਇਹ ਗੱਲ ਨਾ ਵਾਪਰਦੀ। ਜਾਂ ਚੀਫ ਸੈਕਟਰੀ ਵਜ਼ੀਰ ਕਹਿੰਦੇ ਸਾਡੇ ਤੋਂ ਮਾਫੀ ਮੰਗ ਗਿਆ, ਜੇ ਚੀਫ ਸੈਕਟਰੀ 'ਚ ਨੁਕਸ ਸੀ, ਜੇ ਮਾੜਾ ਸੀ, ਫਿਰ ਉਹਨੂੰ ਚੇਅਰਮੈਨ ਕਿਉਂ ਲਾਤਾ? ਮਤਲਬ ਕਿ ਜੇ ਚੀਫ ਸੈਕਟਰੀ ਦੀ ਉਸ ਦਿਨ ਦੀ ਮੀਟਿੰਗ ਤੇ ਅਮਲ ਕੀਤਾ ਹੁੰਦਾ ਤੇ ਅੱਜ 150 ਬੰਦਾ ਨਾ ਮਰਦਾ। ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹਦੇ ਲਈ ਨਿਰਪੱਖ ਜਾਂਚ ਬੜੀ ਜ਼ਰੂਰੀ ਹੈ। ਜੀ ਸਾਹਿਬ ਕੀ ਕਾਰਨ ਹੈ? CM ਸਾਹਿਬ ਇੱਥੇ ਆਏ ਵੀ, ਇਹਨਾਂ ਪਰਿਵਾਰਾਂ ਨੂੰ ਘਰਾਂ ਤੋਂ ਬੁਲਾ ਕੇ ਉੱਥੇ ਬਿਠਾਇਆ ਵੀ ਗਿਆ, ਪਰ ਇਹਨਾਂ ਨਾਲ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ ਗਿਆ ਕਿ ਇਹਨਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਗਈ। ਦੇਖੋ ਜੀ, ਮੈਨੂੰ ਜੋ ਪਰਿਵਾਰ ਦੱਸ ਰਿਹਾ SHOਆਂ ਦੇ SP DSP ਤੱਕ ਦੀ ਡਿਊਟੀ ਲਾਈ ਗਈ। ਮਤਲਬ ਕਿ ਅਗੇਰ ਇਹ ਧਰੁਵ ਧਈਆ ਵਾਜ ਇਨਵੋਲਵਡ। ਡਿਊਟੀ ਕਿਹਨੇ ਲਾਈ? ਹਮਦਰਦੀ ਚੰਗੀ ਕੀਤੀ, ਤੁਸੀਂ ਡਿਊਟੀ ਲਾ ਰਹੇ ਹੋ, ਡਰਾ ਰਹੇ ਹੋ, ਗਰੀਬ ਬੰਦੇ ਦਾ ਐਕਸਪਲੋਇਟੇਸ਼ਨ ਕਰ ਰਹੇ ਹੋ। ਇੱਕ ਤਾਂ ਅਗਲੇ ਹਾਲਾਤਾਂ ਦਾ ਮਾਰਿਆ, ਫਿਰ ਤੁਹਾਡੀ ਐਕਸਪਲੋਇਟੇਸ਼ਨ ਕਿ CM ਸਾਹਿਬ ਕੋਲ ਚੱਲ ਨਹੀਂ ਤਾਂ ਤੇਰੇ ਤੇ ਕਾਰਵਾਈ ਕਰਨ। ਹਾਂ, ਇਹ ਨਵੇਂ ਕਿਸਮ ਦੀ ਹਮਦਰਦੀ ਹੈ ਕਾਂਗਰਸ ਦੀ। ਇਹ ਸਾਰੀ ਗੱਲਾਂ ਦੀ ਨਿਰਪੱਖ ਜਾਂਚ ਚਾਹੀਦੀ ਹੈ। ਅਕਾਲੀ ਦਲ ਤੇ ਦੋਸ਼ ਲਾਇਆ ਜਾ ਰਿਹਾ ਕਿ ਲਾਸ਼ਾਂ ਤੇ ਸਿਆਸਤ ਕੀਤੀ ਜਾ ਰਹੀ ਹੈ। ਦੇਖੋ, ਦੋਸ਼ ਲਾਉਣ ਵਾਲਿਆਂ ਨੂੰ ਮੁਬਾਰਕ ਹੈ ਜੀ, ਜਿਹੜਾ ਮਰਜ਼ੀ ਦੋਸ਼ ਲਾਉਣ। ਸ਼੍ਰੋਮਣੀ ਅਕਾਲੀ ਦਲ ਕੀ ਉਹਨਾਂ ਨੂੰ ਵਧਾਈ ਦੇਵੇ ਜਿਹੜੇ ਕਾਰਵਾਈ ਹੋਈ ਹੈ ਪੰਜਾਬ 'ਚ? ਜੋ ਕਾਂਗਰਸ ਕਹਿ ਰਹੀ ਹੈ ਨਹੀਂ ਕਹਿ ਰਹੀ, ਇਟ ਹੈਜ਼ ਨੋ ਮੀਨਿੰਗ। ਉਹਨਾਂ ਦੇ ਤਾਂ ਦੂਲੋ ਤੇ ਬਾਜਵਾ ਸਾਹਿਬ ਸਵਾਲ ਉਠਾ ਰਹੇ ਆ, ਅਸ਼ਵਨੀ ਸ਼ੇਖੜੀ ਜੀ ਜੋ ਸਵਾਲ ਕਿ ਤੁਹਾਡੇ ਕਹਿੰਦੇ ਆਏ, ਪਰ ਬਾਜਵਾ ਦਾ ਕਹਿੰਦਾ ਇਹ ਤੋਂ ਜੱਗੇ ਮੁੱਖ ਮੰਤਰੀ ਮੈਂ ਆਇਆ ਤੇ ਦੇਖੋ, ਮੈਂ ਇਹ ਤਾਂ ਨਹੀਂ ਕਿਹਾ ਮੇਰੇ ਆਖੇ ਆਏ ਜੀ। ਮੈਂ ਤਾਂ ਤੁਹਾਨੂੰ ਇੰਨੀ ਬੇਨਤੀ ਕੀਤੀ ਕਿ ਲੋਕਾਂ ਦੇ ਦਬਾਅ ਹੇਠ, ਆਪੋਜੀਸ਼ਨ ਪਾਰਟੀ ਦੇ ਦਬਾਅ ਹੇਠ 10 ਦਿਨਾਂ ਬਾਅਦ ਉਹਨਾਂ ਨੂੰ ਜਾਗ ਆਈ। ਮਗਰ ਜਾਗ ਆਈ ਤੇ ਜੋਏ ਰਾਈਡ ਦੀ, ਮਤਲਬ ਉਹ ਹਮਦਰਦੀ ਵਾਲਾ ਨਹੀਂ ਸਫ਼ਰ ਸੀ। ਹਮਦਰਦੀ ਕਿਹਦੇ ਨਾਲ ਕੀਤੀ? ਮਿਲੇ ਕਿਹਨੂੰ? CM ਸਾਹਿਬ ਨੂੰ ਤਾਂ ਇਹ ਨਹੀਂ ਪਤਾ ਸੀ ਕਿ ਉਹ ਪੀੜਤ ਪਰਿਵਾਰ ਬੈਠੇ ਕਿੱਥੇ ਆ। ਉਹਨਾਂ ਨੂੰ ਤਾਂ 30 ਫੁੱਟ ਦੀ ਦੂਰੀ ਤੇ ਖੜਾ ਕਰਤਾ ਕਿ ਜਿਵੇਂ ਉਹਨਾਂ ਤੋਂ ਕਿਹੜੀ ਬੋ ਆਉਂਦੀ ਹੈ। ਇਹ ਸਾਰਾ ਹੀ ਜਿਹੜਾ ਗੈਰ ਜ਼ਿੰਮੇਵਾਰਾ ਐਟੀਟਿਊਡ ਹੈ, ਇਹਦੀ ਚਰਚਾ ਪਰਿਵਾਰ ਕਰ ਰਿਹਾ, ਜਿਹਦਾ ਸਾਨੂੰ ਦੁੱਖ ਹੈ। ਮਗਰ ਹਾਲੇ ਵੀ ਇਹ ਗਾਂਹ ਹੈ ਜੀ ਹਾਦਸਾ ਨਾ ਵਾਪਰੇ, ਉਹਦੇ ਵਾਸਤੇ ਇੰਡੀਪੈਂਡੈਂਟ ਪ੍ਰੋ ਬੜੀ ਜ਼ਰੂਰੀ। ਇਸ ਟਾਈਮ ਕਾਂਗਰਸ ਦੀ ਆਪਣੀ ਅੰਤਰਕਲਾ ਚੱਲ ਰਹੀ ਹੈ ਜੀ। ਬਾਜਵਾ ਕੁਝ ਕਹਿ ਰਹੇ ਨੇ, ਉਹ ਕੁਝ ਕੈਪਟਨ ਅਮਰਿੰਦਰ ਸਿੰਘ ਕੁਝ ਕਹਿ ਰਹੇ ਨੇ, ਕਲੇਸ਼ ਚੱਲ ਰਿਹਾ ਆਪਸ ਦੇ ਵਿੱਚ। ਸਰਕਾਰ ਚੱਲ ਰਹੀ ਹੈ, ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ। ਕੀ ਕਹੋਗੇ ਤੁਸੀਂ? ਦੇਖੋ ਜੀ, ਪੰਜਾਬ ਦੇ ਲੋਕ ਸਫਰ ਨੇ, ਪੰਜਾਬ ਸਫਰ ਕਰ ਰਿਹਾ। ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਬਾਰੇ, ਮੁੱਖ ਮੰਤਰੀ ਦੀ ਕੁਰਸੀ ਦੇ ਲੜਾਈ ਬਾਰੇ ਮੈਂ ਕੀ ਕਹਿਣਾ, ਉਹਨਾਂ ਦੀ ਆਪ ਦੀ ਲੜਾਈ ਹੈ। ਮਗਰ ਪੰਜਾਬ ਦੇ ਲੋਕ, ਪੰਜਾਬ ਸ਼ੁੱਡ ਨਾਟ ਸਫਰ। ਚੀਫ ਸੈਕਟਰੀ ਸਾਹਿਬ ਜਿਹੜੇ ਸਭ ਤੋਂ ਵੱਡੇ ਅਫਸਰ ਨੇ, ਉਹਨਾਂ ਨੇ ਵੀ ਗੱਲ ਉਠਾਈ ਸੀ। ਇਹ ਕੈਬਨਿਟ ਇਜ਼ ਦਾ ਹਾਈਐਸਟ ਡਿਸੀਜਨ ਮੇਕਿੰਗ ਬੋਡੀ, ਉੱਥੇ ਰੌਲਾ ਪਿਆ। ਮਗਰ ਕਿਸ ਤਰੀਕੇ ਨਾਲ 5600 ਕਰੋੜ ਦੇ ਮਾਲੀਏ ਨੂੰ, ਮਤਲਬ ਕਿ 2 ਨੰਬਰ ਦਾ ਨਜਾਇਜ਼ ਧੰਦਾ, ਉਹਨੂੰ ਹਾਈਲਾਈਟ ਕਰਨ ਵਾਲੇ ਨੂੰ ਚੁੱਪ ਕਰਾਤਾ ਗਿਆ। ਵਜ਼ੀਰਾਂ ਨੇ ਥ੍ਰੈਟ ਕੀਤਾ ਕਿ ਰਿਮੂਵ ਹਿਮ, ਔਰ ਉਹ ਕੀ ਪਰਦਾਫਾਸ਼ ਕਰਦਾ ਸੀ ਕਿ ਇਹ ਸਾਰਾ ਨਜਾਇਜ਼ ਕਾਰੋਬਾਰ ਚੱਲ ਰਿਹਾ। ਜੇ ਉਸ ਦਿਨ ਕੋਈ ਕਾਰਵਾਈ ਹੋ ਜਾਂਦੀ ਤੇ ਅੱਜ ਇਹ ਕੰਮ ਨਹੀਂ ਹੋਣਾ ਸੀ। ਤੇ ਜੇ ਚੀਫ ਸੈਕਟਰੀ ਝੂਠ ਬੋਲ ਰਿਹਾ ਸੀ, ਫਿਰ ਉਹਨੂੰ ਚੇਅਰਮੈਨ ਦੇ ਅਹੁਦੇ ਨਾਲ ਨਵਾਜਣਾ ਕਿਸੇ ਨੇ ਨਹੀਂ ਸੀ। ਇਸ ਲਈ ਜਿਹੜੇ ਵਜ਼ੀਰ ਬਾਹਰ ਪਬਲਿਕਲੀ ਕਹਿੰਦੇ ਸੀ ਕਿ ਸਾਨੂੰ ਮਾਫੀ, ਸੌਰੀ ਕਹਿਤਾ, ਅਸਲ 'ਚ ਤਾਂ ਸੌਰੀ ਅੱਜ
ਉਹਨਾਂ ਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਤੁਹਾਡੀ ਇਹ ਮਿਲੀ ਭੁਗਤ ਨਾਲ ਅੱਜ ਕੀ ਇੱਥੇ ਹਾਲਾਤ ਹੋਏ ਆ ਪੰਜਾਬ ਦੇ। ਕਿਉਂਕਿ 6 ਦਿਨ ਪਹਿਲਾਂ ਅਕਾਲੀ ਦਲ ਦੇ ਧਰਨੇ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਗਏ ਸਿੱਧੇ ਤੌਰ ਤੇ ਪੀੜਤ ਪਰਿਵਾਰਾਂ ਨੇ ਅਕਾਲੀ ਵਾਪਰਨਾ ਕਾਂਗਰਸੀ ਵਿਧਾਇਕਾਂ ਦੇ ਜਿਹੜੇ ਨਾਂ ਲਏ ਸੀਗੇ, ਸ਼ਿਕਾਇਤ ਦਰਜ ਕਰਵਾਈ ਸੀ, ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਨਹੀਂ ਉਹ ਤਾਂ ਜੀ ਜਦ ਸਟੇਜ ਤੇ ਬਹਿ ਕੇ ਨਾਲ ਸੀਐਮ ਸਾਹਿਬ ਦੇ ਜਿਨ੍ਹਾਂ ਵਿਧਾਇਕਾਂ ਦਾ ਨਾਂ ਲਿੱਤਾ ਜਾ ਰਿਹਾ ਜਾਂ ਜਿਨ੍ਹਾਂ ਦੇ ਵਿਧਾਇਕਾਂ ਦੇ ਨੇੜੂ ਫੜੇ ਜਾ ਰਿਹਾ, ਆਫਟਰ ਆਲ SHO DSP ਜਿਹੜੇ ਪੋਸਟਮਾਰਟਮ ਨਹੀਂ ਹੋਣ ਦੇ ਰਹੇ ਸੀ, ਉਹ ਕੌਣ ਲਵਾ ਰਿਹਾ? ਇਹੀ MLA ਲਵਾ ਰਹੇ। ਔਰ ਜਦ ਉਹਨਾਂ ਨੂੰ ਸਟੇਜ ਤੇ ਬਿਠਾਤਾ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਆ, ਉਹਨਾਂ ਨਾਲ ਤੁਸੀਂ ਮਿਲੇ ਤੱਕ ਨਹੀਂ, ਉੱਥੋਂ ਹੀ ਸਪਸ਼ਟ ਹੋ ਗਿਆ ਕਿ ਕਲੀਨ ਚਿੱਟ ਇਨਕੁਆਇਰੀ ਸ਼ੁਰੂ ਹੋ ਗਈ ਹੈ। ਔਰ ਕੈਪਟਨ ਸਾਹਿਬ ਨੇ ਕਿੰਨੀਆਂ ਕਲੀਨ ਚਿੱਟ ਇਨਕੁਆਇਰੀਆਂ ਕਰਾਤੀ ਆ, ਖੋਲ ਲਓ। ਮੈਂ ਤਦੇ ਦੁਸ਼ਹਿਰੇ ਦੀ ਗੱਲ, ਬਟਾਲੇ ਦੀ ਗੱਲ ਕੀਤੀ ਆ, ਜਸਟ ਬਿਕੋਜ਼ ਗਰੀਬ ਬੰਦੇ ਦੀ ਡੈਥ ਹੋ ਰਹੀ ਹੈ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹਦਾ ਕੋਈ ਮੁੱਲ ਨਹੀਂ। ਉਹਦਾ ਕੀ ਬਣਿਆ? ਆ ਜਿਹੜਾ ਕਰੋਨਾ ਕਾਲ 'ਚ ਜਿਹੜਾ ਤੁੱਲੀ ਲਾਈਵ ਦਾ ਚੱਕਰ ਪਿਆ, ਕਿਹਦਾ ਕੀ ਬਣਿਆ? ਰਿਜ਼ਲਟ ਇਜ਼ ਜ਼ੀਰੋ। ਦੈਟਸ ਵਾਈ ਇੰਡੀਪੈਂਡੈਂਟ ਫ੍ਰੀ ਫੇਅਰ ਪ੍ਰੋ ਕਿ ਗਾਹ ਇਹ ਜੀ ਗੱਲ ਨਾ ਵਾਪਰੇ। ਹਾਈ ਕੋਰਟ ਮੋਨੀਟਰਡ ਇਨਕੁਆਇਰੀ, ਕਿਉਂਕਿ ਕਿਸੇ ਨੂੰ ਕੋਈ ਆਪੱਤੀ ਨਹੀਂ ਤਾਂ ਫਿਰ CBI। ਔਰ ਇਹ ਸਪਸ਼ਟ ਮੰਗ ਹੈ, ਸਾਡੀ ਲੜਾਈ ਜਾਰੀ ਰਹੂਗੀ ਜਦ ਤੱਕ ਇਹ ਲੋਕਾਂ ਦੀ ਮੰਗ ਹੈ। ਪਿੰਡ ਵਾਲਿਆਂ ਨੇ ਅੱਜ ਮੰਗ ਰੱਖੀ ਹੈ। ਪੰਜਾਬ 'ਚ ਨਸ਼ਾ ਕਿਸ ਤਰ੍ਹਾਂ ਖਤਮ ਹੋ ਸਕਦਾ? ਸਰਕਾਰ ਨੂੰ ਕਾਰਵਾਈ, ਇਹ ਤਾਂ ਸਰਕਾਰ ਨੂੰ ਸਵਾਲ ਕਰੋ। ਜਿਹੜਾ ਵਾਅਦਾ ਕਰਦੀ ਸੀ ਗੁਟਕਾ ਸਾਹਿਬ ਦੀ 100 ਖਾ ਕੇ, ਉਹਨਾਂ ਨੂੰ ਪੁੱਛੋ। ਸਰਕਾਰ ਆਪ ਕਰਾ ਰਹੀ ਹੈ। 1.5 ਸਾਲ ਤੋਂ ਸੜਕਾਂ ਤੇ ਨਹੀਂ, ਜੋੜਾ ਫੜ ਕਾਂਡ ਵਾਲੇ ਜਾਂ ਬਟਾਲਾ ਫੈਕਟਰੀ ਵਾਲੇ, ਉਹਨਾਂ ਨੂੰ ਨਹੀਂ ਮਿਲੀਆਂ ਨੌਕਰੀਆਂ, ਤੇ ਇਹਨਾਂ ਨੂੰ ਮਿਲ ਜਾਣਗੀਆਂ? ਨਹੀਂ ਮਿਲਣੀ ਜੀ। ਮੈਂ ਇਹ ਦੇਖੋ, ਇੱਕ ਗੱਲ ਦੀ ਮੈਂ ਵੈਸੇ ਤਾਂ ਇਹ ਲੋਕ ਗਰੀਬ ਜ਼ਰੂਰ ਹੈ, ਮਗਰ ਦਿਮਾਗ ਇਹਨਾਂ ਦੇ ਅਮੀਰ ਹੈ। ਅੱਜ ਮੈਂ 2-3 ਘਰਾਂ 'ਚ ਗਿਆ, ਮੈਨੂੰ ਕਹਿੰਦੀ ਮਾਤਾ ਇੱਕ ਕਹਿੰਦੀ ਸਾਨੂੰ ਉਹ ਨੌਕਰੀ ਨਹੀਂ ਚਾਹੀਦੀ, ਸਾਨੂੰ ਸਰਕਾਰੀ ਨੌਕਰੀ ਚਾਹੀਦੀ। ਮੈਂ ਕਿਹਾ ਉਹ ਕਿਹੜੀ? ਕਹਿੰਦੀ ਜਿਹੜੀ ਆਹ ਠੇਕੇ ਵਾਲੀਆਂ ਕਹਿੰਦੀਆਂ ਕੱਚੀਆਂ ਨੌਕਰੀਆਂ, ਜਿਹੜੀ ਕਹਿੰਦਾ ਜਦੋਂ ਆ ਕੈਮਰੇ ਬੁੱਝ ਜਾਣੇ ਤਾਂ ਸਾਡੀ ਨੌਕਰੀ ਬੁੱਝ ਜਾਣੀ। ਇਹ ਮਾਤਾ ਨੇ ਮੈਨੂੰ ਗੱਲ ਕਹੀ ਇੱਥੇ। ਸੋ ਮਤਲਬ ਉਹ ਗਰੀਬ ਲੋਕ ਵੀ ਰਿਲਾਈਜ਼ ਕਰ ਰਹੇ ਆ ਕਿ ਸਾਡੇ ਨਾਲ ਧੋਖਾ ਫਰਾਡ ਸਰਕਾਰ ਨਹੀਂ ਕਰਨਾ ਜੇ ਸਰਕਾਰ ਨੂੰ ਹੀ ਚੁਣੇ। ਇਹ ਪਰਿਵਾਰ ਹੋਣੇ ਤਿਆਰ ਹੋਣੇ ਸੰਘਰਸ਼ ਕਰਨ ਵਾਸਤੇ ਆਉਣ ਵਾਲੇ? ਅਸੀਂ ਤਾਂ ਜੀ ਦੇਖੋ ਬੜੇ ਕਲੀਅਰ ਆ, ਔਰ ਜਿੰਨੇ ਵੀ ਲਾਈਕ ਮਾਈਂਡਡ ਲੋਕ ਆ, ਕੋਈ ਜਿਹਾ ਹਾਦਸਾ ਗਾ ਨਾ ਵਾਪਰੇ। ਆਫਟਰ ਆਲ ਇੱਕ ਬੂੰਦ ਸਪਿਰਿਟ ਦਾ ਕਾਊਂਟਡ ਫੋਰ, ਉਹ ਨੰਬਰ 2 ਤੇ ਵਿਕਿਆ। ਔਰ ਸਪਿਰਿਟ ਬਣਿਆ ਡਿਸਟਿਲਰੀਆਂ 'ਚ। ਕਿਹੜੇ ਇਨਵੋਲਵ ਸੀ? ਜਦ ਤੱਕ ਉਹਦੀ ਕਾਰਵਾਈ ਨਹੀਂ ਹੋਊਗੀ ਸੰਘਰਸ਼ ਜਾਰੀ। ਸਰ ਪ੍ਰਤਾਪ ਬਾਜਵਾ ਦੀ ਸਿਕਿਉਰਿਟੀ ਖੋਲ ਦਿੱਤੀ ਗਈ ਹੈ ਕੈਪਟਨ ਸਰਕਾਰ ਵੱਲੋਂ। ਉਹਨਾਂ ਨੇ ਕਿਹਾ ਕਿ ਅਕਾਲੀ ਲੀਡਰ ਤੁਹਾਡਾ ਵੀ ਨਾਮ ਲਿੱਤਾ ਕਿ ਤੁਹਾਨੂੰ ਇੰਨੀ ਸਿਕਿਉਰਿਟੀ ਹੈ, ਪਰ ਮੇਰੀ ਕਿਉਂ ਖੋਲ ਦਿੱਤੀ ਗਈ? ਇਹ ਤਾਂ ਕੈਪਟਨ ਸਾਹਿਬ ਦੱਸਣ ਨਾ। ਉਹਨੇ ਐਲੀਗੇਸ਼ਨ ਲਗਾਇਆ ਜੀ ਸੱਚ ਮੇਰੀ ਲੈਲਨ ਸਿਕਿਉਰਿਟੀ 'ਚ ਹਲੇ ਵੀ ਜਾਨ ਨੂੰ ਖਤਰਾ। ਡੇਰਾ ਬਸੀ ਦਾ 27,000 ਦੇਖੋ ਕੈਪਟਨ ਸੱਚ ਬੋਲਣਾ ਸ਼ੁਰੂ ਕੀਤਾ, ਅਸੀਂ ਤਾਂ ਉਹਨਾਂ ਨੂੰ ਆਪ ਹਿਫਾਜ਼ਤ ਦੇਣਾ ਚਾਹੁੰਦੇ, ਹਿਫਾਜ਼ਤ 'ਚ ਰੱਖਣਾ ਚਾਹੁੰਦੇ। ਡੇਰਾ ਬਸੀ ਤੋਂ ਮਿਲੀ ਜੀ ਹੁਣ ਫੇਰ 27,000। ਉਹ ਯਾਰ ਇਹ ਸਭ ਕਵਰ ਅਪ ਹੈ। ਇਹੀ ਚੀਜ਼ਾਂ ਦੀ ਰਿਕਵਰੀ ਪਹਿਲਾਂ ਹੋ ਜਾਂਦੀ ਤੇ ਅੱਜ ਇਹ ਹਾਦਸਾ ਵਾਪਰਨਾ ਸੀ। ਇਹ ਸਭ ਤੁਹਾਨੂੰ ਖੁਸ਼ ਕਰਨ ਲਈ ਹੈ। ਗੁੱਸਾ ਨਾ ਕਰਿਓ ਪੱਤਰਕਾਰਾਂ ਨੂੰ, ਤੁਸੀਂ ਵੀ ਸਾਰੇ ਭੱਜ ਉੱਠੇ ਹੋ ਉਹਨੂੰ ਜਿਵੇਂ ਪਤਾ ਨਹੀਂ ਕੀ ਲੱਭ ਲਿਆ। ਇਹ ਇਸ ਲਈ ਨਹੀਂ, ਗੁੱਸਾ ਨਾ ਕਰੀ ਮੇਰੇ ਨਾਲ ਦੇ ਸਾਥੀ ਉੱਥੇ ਪਬਲਿਕ ਰਿਲੇਸ਼ਨ ਨੇ ਇਸ਼ਤਿਹਾਰ ਕੱਢਿਆ। ਅੱਜ ਇਸ਼ਤਿਹਾਰ ਵਰਗਾ ਹੀ ਹੈ, ਮੈਸੇਜ ਦਿੱਤੇ ਕਿ ਉੱਥੇ ਪਹੁੰਚੋ। ਐਕਸਾਈਜ਼ ਮਹਿਕਮੇ ਨੇ ਬੜੀ ਵੱਡੀ ਰਿਕਵਰੀ ਕੀਤੀ। ਜੇ ਐਕਸਾਈਜ਼ ਮਹਿਕਮਾ ਤੇ ਪੁਲਿਸ ਮਹਿਕਮਾ ਪਹਿਲਾਂ ਜਾਗਦਾ ਹੁੰਦਾ ਤੇ ਇਹ ਕੰਮ ਨਾ ਵਾਪਰਦਾ। ਇਹ ਕਾਂਗਰਸੀਆਂ ਨੂੰ ਰੋਕਿਆ ਹੁੰਦਾ, MLA ਨੂੰ ਤਾਂ ਇਹ ਨਾ ਵਾਪਰਨਾ ਹੁੰਦਾ। ਇਸ ਲਈ ਜੇ ਇਸ ਪਾਸੇ ਤੁਹਾਨੂੰ ਇਹ ਲਾਉਣਾ ਚਾਹੁੰਦੇ ਨਾ, ਮਿਸਲੀਡ ਕਰ ਰਹੇ ਤੁਹਾਨੂੰ, ਮਿਸਲੀਡ ਐਂਡ ਮਿਸਗਾਈਡ, ਉਹਨਾਂ ਦੀ ਚਾਲਾਂ 'ਚ ਨਾ ਆਓ। ਇਸ ਗੱਲ ਤੇ ਤਹਿ ਤੱਕ ਪਹੁੰਚੋ। ਜਾਖੜ ਸਾਹਿਬ ਕਿਹਾ ਗਿਆ 11ਵੀਂ ਪੱਤਰਕਾਰਾਂ ਕੀਤਾ, ਕਿਉਂਕਿ ਮੈਂ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਕੈਮਰਾ ਲੈ ਕੇ ਲੋਕਾਂ ਕੋਲ ਘੁੰਮਦਾ ਰਿਹਾ। ਇੱਕ ਵੀ ਬੰਦਾ ਬੋਲਣ ਨੂੰ ਤਿਆਰ ਨਹੀਂ ਸੀ, ਬਹੁਤਾ ਕਿਵੇਂ ਹੋਈਆਂ। ਬਿਲਕੁਲ ਸਹੀ ਗੱਲ ਹੈ ਜੀ। ਆ ਪਿੰਡ ਦੇਖੋ 4-5 ਮੋਸਪੋਰਟਮਾਂ ਪਹਿਲਾਂ ਨਹੀਂ ਹੋਈਆਂ, ਹੁਣ ਵੀ ਨਹੀਂ ਹੋ ਰਹੀਆਂ। ਮੇਰੇ ਹਲਕੇ 'ਚ ਡੈਥ ਹੋਈ ਆ, ਮੇਰੇ ਕੋਟਲਾ ਤਰਖਾਣੇ ਪਿੰਡ ਤੋਂ। ਅਖੀਰ 'ਚ ਸਾਨੂੰ ਲਿਟਰਲੀ ਜਾ ਕੇ ਪੁਲਿਸ ਨੂੰ ਇਹ ਗੱਲ ਕਹਿਣੀ ਪਈ, ਵੀ ਵਿਲ ਟੇਕ ਯੂ ਟੂ ਹਾਈ ਕੋਰਟ। ਫੇਰ ਜਾ ਕੇ ਉਹਦੀ ਕਾਰਵਾਈ ਸ਼ੁਰੂ ਹੋਈ ਹੈ। ਜਾਖੜ ਨੂੰ ਔਰ ਜਿਹੜੇ ਬਲਾਈਂਡ ਹੋਏ ਉਹਨਾਂ ਦਾ ਕੀ ਹੋਇਆ? ਪ੍ਰਤਾਪ ਬਾਜਵਾ ਨੇ ਕਿਹਾ ਕਿ ਜਾਖੜ ਜਿਹੜਾ ਕੈਪਟਨ ਦਾ ਤੋਤਾ। ਇਹ ਤਾਂ ਫਿਰ ਪਲੀਜ਼ ਦੱਸੋ ਥੋੜਾ ਜਿਹਾ। ਕੈਪਟਨ ਇਹ ਤਾਂ ਜਾਖੜ ਜੀ ਦੱਸਣ ਕਿਹੜੇ ਰੰਗ ਦਾ। ਮੈਂ ਕੀ ਦੱਸਣਾ, ਹਰੇ ਰੰਗ ਦਾ ਕਿ ਕਿਹੜੇ ਰੰਗ ਦਾ, ਇਹਦਾ ਕੈਪਟਨ ਸਾਹਿਬ ਦੱਸਣ। ਕਿਹੜੀ ਵੈਰਾਈਟੀ ਦਾ ਤੋਤਾ ਇਹ ਵੀ ਦੱਸਣ ਨਾ। ਜੇ ਬਾਜਵਾ ਜੀ ਵੀ ਦੱਸਣ ਤੇ ਦੂਜਾ ਵੀ ਮਾੜਾ ਮੋਟਾ ਚੂਰੀ ਖਾ ਕੇ।
ਬਾਜਵਾ ਜੀ ਦਾ ਕਹਿਣਾ ਵਾ ਕਿ ਜਿੰਨੀ ਚੂੜੀ ਪਾਈ ਜਾਂਦੀ ਆ ਓਨੀ ਹੀ ਚੂੜੀ ਖਾਂਦਾ ਵਾ ਤੋਤਾ ਦੇਖੋ ਇਹ ਗੱਲਾਂ ਦਾ ਜਵਾਬ ਤਾਂ ਜਾਂ ਸੋਨੀਆ ਗਾਂਧੀ ਦੇ ਸਕਦੀ ਆ ਜਾਂ ਤੋਤਾ ਆਪ ਦੇ ਸਕਦਾ ਤੇ ਜਾਂ ਬਾਜਵਾ ਜਿਹੜਾ ਖਵਾਉਂਦਾ ਉਹ ਦੇ ਸਕਦਾ ਜਾਂ ਬਾਜਵਾ ਸਾਹਿਬ ਜਿਹਨੇ ਵੇਖਿਆ ਚੂਰੀ ਖਵਾਉਂਦੇ ਨੂੰ ਉਹ ਦੱਸ ਸਕਦਾ। ਮੈਂ ਨਹੀਂ ਰਾਹੁਲ ਗਾਂਧੀ ਦਾ ਕੋਈ ਬਿਆਨ ਨਹੀਂ ਆਇਆ ਜੀ ਟ੍ਰੈਜਡੀ ਤੇ ਬੰਦੇ ਮਾਰੇ ਗਏ। ਇਸ ਗੱਲ ਦੀ ਬੜੀ ਵੱਡੀ ਸ਼ੰਕਾ ਪੋਲੀਟੀਕਲ ਸਰਕਲ 'ਚ ਚੱਲ ਰਹੀ ਹੈ ਕਿ ਇਹ ਸਾਰਾ 9 ਨੰਬਰ ਦਾ ਪੈਸਾ ਕਾਂਗਰਸ ਹਾਈ ਕਮਾਂਡ ਨੂੰ ਜਾ ਰਿਹਾ ਸੀ, ਇਸ ਲਈ ਕਾਂਗਰਸ ਦੀ ਹਾਈ ਕਮਾਂਡ ਚੁੱਪ ਬੈਠੀ। ਇਹ 5600 ਕਰੋੜ ਦਾ ਜਿਹੜਾ ਪੰਜਾਬ ਦੇ ਮਾਲੀਏ ਦਾ ਘਾਟਾ ਹੈ, ਇਹਦੀਆਂ ਤਾਰਾਂ ਕਹਿੰਦੇ ਜੁੜੀਆਂ ਨੇ ਦਿੱਲੀ ਤੱਕ। ਇਸ ਗੱਲ ਦਾ ਹੀ ਰੌਲਾ ਪੈ ਰਿਹਾ ਕਿ ਉਹ ਬੋਲ ਕਿਉਂ ਨਹੀਂ ਰਹੇ, ਭਗਵੰਤ ਮਾਨ ਦਾ ਕੀ ਉਹਨਾਂ ਨੂੰ ਡਰ ਹੈ ਕਿ ਕੈਪਟਨ ਇਹਨਾਂ ਦੇ ਨਾਲ ਲੈ ਦੂਗਾ। ਭਗਵੰਤ ਮਾਨ ਕਹਿੰਦਾ ਜੀ ਇਹ ਅਕਾਲੀ ਦਲ ਵੇਲੇ ਵੀ ਇਹੀ ਚੀਜ਼ ਚੱਲਦੀ ਸੀ ਤੇ ਕਾਂਗਰਸ ਵੇਲੇ ਵੀ ਇਹੀ ਚੀਜ਼ ਚੱਲਦੀ। ਭਗਵੰਤ ਮਾਨ ਕੀ ਕਹਿੰਦਾ ਕੀ ਨਹੀਂ ਕਹਿੰਦਾ, ਪਹਿਲਾਂ ਫੂਕ ਮਾਰ ਕੇ ਉਹਦਾ ਟੈਸਟ ਕਰਾ ਲਿਆ ਕਰੋ। ਸਰ ਸਿੱਧੂ ਜੋੜਾ ਚੁੱਪ ਹੈ ਜੀ, ਹਲੇ ਤੱਕ ਕੋਈ ਬਿਆਨ ਨਹੀਂ ਹੈ, ਐਡੀ ਵੱਡੀ ਟ੍ਰੈਜਡੀ ਹੋਈ ਹੈ। ਹਾਂਜੀ ਸਿੱਧੂ ਜੋੜਾ ਹਲੇ ਤੱਕ ਚੁੱਪ ਹੈ, ਕੋਈ ਬਿਆਨ ਨਹੀਂ ਹੈ, ਐਡੀ ਵੱਡੀ ਟ੍ਰੈਜਡੀ ਹੋਈ ਹੈ। ਫਿਰ ਉਹ ਤਾਂ ਉਹ ਦੱਸ ਸਕਦੇ ਆ ਜੀ ਕਿਉਂ। ਕਿਸਾਨ ਅੱਜ ਵੀ ਸੜਕਾਂ ਤੇ ਜੀ ਖੇਤੀ ਆਰਡੀਨੈਂਸ ਦੇ ਖਿਲਾਫ ਆ ਜੀ ਪ੍ਰੋਟੈਸਟ ਕਰ ਰਹੇ ਨੇ। ਦੇਖੋ ਅੱਜ ਦਾ ਜਿਹੜਾ ਮੁੱਦਾ ਹੈ ਨਾ ਜੀ, ਇਹ ਵੈਸੇ ਤਾਂ ਇਹ ਬਹੁਤ ਦੁਖਦਾਈ ਗੱਲ ਹੈ ਔਰ ਆਈ ਥਿੰਕ ਇਟ ਇਜ਼ ਤੁਹਾਡੀ ਮੇਰੀ ਸਭ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਗਾਂ ਇਹ ਜਿਹਾ ਕੰਮ ਨਾ ਹੋਵੇ। ਬਿਕੋਜ਼ ਪੰਜਾਬ 'ਚ ਜਿਸ ਤਰੀਕੇ ਦਾ ਕੰਮ ਚੱਲ ਰਿਹਾ, ਲੁਧਿਆਣੇ 'ਚ ਵੀ ਕੁਝ ਸਮਾਂ ਪਹਿਲਾਂ ਬਲੈਕ ਲੇਬਲ ਦੀਆਂ ਬੋਤਲਾਂ 'ਚ ਹੋਰ ਸ਼ਰਾਬ ਪਾ ਕੇ ਇਹ ਜਿਹੀ ਨਜਾਇਜ਼ ਸ਼ਰਾਬ, ਮਤਲਬ ਕੀ ਕੁਝ ਨਹੀਂ ਹੋ ਰਿਹਾ। ਔਰ ਜਿੱਥੇ ਰੈਵਨਿਊ ਲਾਸ ਹੋ ਰਿਹਾ ਤੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਔਰ ਸਰਕਾਰ ਉਸ ਨੂੰ ਕਵਰ ਅਪ ਕਰ ਰਹੀ ਹੈ। ਇਹ ਬੜਾ ਇੱਕ ਡੇਂਜਰਸ ਟ੍ਰੈਂਡ ਹੈ, ਇਹਦੇ ਬਹੁਤ ਖਤਰਨਾਕ ਸਿੱਟੇ ਨਿਕਲ ਸਕਦੇ। ਇਸ ਲਈ ਇਸ ਗੱਲ ਦੀ ਤਹਿ ਤੱਕ ਪਹੁੰਚਣਾ, ਸੱਚਾਈ ਸਾਹਮਣੇ ਲਿਆਉਣਾ, ਇਨਸਾਫ ਦਿਵਾਉਣਾ ਆਈ ਥਿੰਕ ਤੁਹਾਡੀ ਮੇਰੀ ਸਾਡੇ ਸਭ ਦੀ ਜ਼ਿੰਮੇਵਾਰੀ ਐਜ਼ ਅ ਸੋਸਾਇਟੀ ਬਣਦੀ। ਥੈਂਕ ਯੂ।